सुनो सुनावा पाठ पढ़ावा, आओ बच्चों सुनो सुनावा पाठ पढ़ावा। तो सुन के हुंदा पूरा याद सैंस पंजाबी अते हिसाब, ओ लगे अंग्रेजी भी प्यारी हिंदी समाजिक पढ़ लो सारी। चंगियां गल्लां गीत भी गावा, सुनो सुनावा पाठ पढ़ावा, सुनो सुनावा पाठ पढ़ावा। दुआपा रेडियो। नमस्कार, स्वागत है सारिਆਂ ਦਾ ਫਿਜ਼ਿਕਸ ਦੀ ਸਤਰੰਗੀ ਦੁਨੀਆ ਦੇ ਵਿੱਚ। ਕੀ ਕਿਹਾ ਫਿਜ਼ਿਕਸ? ਓਹੋ, ਇਹ ਤਾਂ ਸੁਣਨ ਨੂੰ ਬਹੁਤ ਹੀ ਬੋਰਿੰਗ ਲੱਗ ਰਿਹਾ ਹੈ। ਮੈਂ ਕਿਹੜਾ ਸਾਇੰਸ ਵਿਸ਼ਾ ਚੁਣਿਆ ਹੈ ਅਗਲੀ ਪੜ੍ਹਾਈ ਦੇ ਲਈ, ਤਾਂ ਮੈਂ ਇਸ ਦੇ ਬਾਰੇ ਸੁਣ ਕੇ ਕੀ ਕਰਨਾ ਹੈ। ਨਹੀਂ ਪਿਆਰੇ ਬੱਚਿਓ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਫਿਜ਼ਿਕਸ ਬਹੁਤ ਹੀ ਰੋਚਕ ਤੱਥਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਦਾ ਹੈ, ਕਿਉਂਕਿ ਇਹ ਸਾਡੇ ਜੀਵਨ ਦੇ ਵਿੱਚ ਰੋਜ਼ਾਨਾ ਹੋਣ ਵਾਲੀਆਂ ਕਿਰਿਆਵਾਂ, ਘਟਨਾਵਾਂ, ਐਪਲਾਇੰਸਿਸ, ਮਸ਼ੀਨਾਂ, ਹਰ ਚੀਜ਼ ਦੇ ਵਿੱਚ ਫਿਜ਼ਿਕਸ ਹੁੰਦੀ ਹੈ। तो आज मैं नीना चौधरी, फिजिक्स लैक्चरर, सरकारी सीनियर सैकेंडरी स्कूल तलवाड़ा सैक्टर 1, ਤੁਹਾਡੇ ਸਾਹਮਣੇ ਫਿਜ਼ਿਕਸ ਵਿਸ਼ੇ ਨਾਲ ਸੰਬੰਧਿਤ ਕੁਝ ਬਹੁਤ ਹੀ ਰੋਚਕ ਤੱਥ ਲੈ ਕੇ ਆਈ ਹੋਈ ਹਾਂ। ਉਹਨਾਂ ਬੱਚਿਆਂ ਲਈ ਜਿਨ੍ਹਾਂ ਨੇ ਸਾਇੰਸ ਰੱਖੀ ਹੈ ਅਤੇ ਉਹਨਾਂ ਲਈ ਵੀ ਜਿਨ੍ਹਾਂ ਨੇ ਸਾਇੰਸ ਨਹੀਂ ਰੱਖੀ ਹੈ, ਕਿਉਂਕਿ ਮੋਬਾਈਲ ਫੋਨ ਅਸੀਂ ਸਾਰੇ ਹੀ ਵਰਤਦੇ ਹਾਂ, ਟੀਵੀ ਅਸੀਂ ਸਾਰੇ ਹੀ ਦੇਖਦੇ ਹਾਂ, ਘਰ ਦੇ ਵਿੱਚ ਲਾਈਟਾਂ ਅਸੀਂ ਸਾਰੇ ਹੀ ਪ੍ਰਯੋਗ ਕਰਦੇ ਹਾਂ। ਸੋ ਇਸ ਕਰਕੇ ਪਿਆਰੇ ਬੱਚਿਓ, ਜੇਕਰ ਸਾਨੂੰ ਇਸ ਦੇ ਪਿੱਛੇ ਦੀ ਫਿਜ਼ਿਕਸ ਦਾ ਪਤਾ ਹੋਵੇ ਤਾਂ ਅਸੀਂ ਜਿਹੜਾ ਹੈ ਹੋਰ ਵੀ ਜ਼ਿਆਦਾ ਕੌਨਫੀਡੈਂਟਲੀ ਆਨਸਰ ਕਰ ਸਕਾਂਗੇ। ਸੋ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਦੇ ਨਾਲ ਸੁਣਨਾ ਹੈ। ਗੱਲ ਕਰ ਲੈਂਦੇ ਹਾਂ ਸਵੇਰ ਦੀ। ਸਵੇਰ ਤੋਂ ਹੀ ਗੱਲ ਸ਼ੁਰੂ ਕਰਦੇ ਹਾਂ। ਸਵੇਰ ਦੇ ਸਮੇਂ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜਾ ਸੂਰਜ ਦੀਆਂ ਕਿਰਨਾਂ ਹਨ ਉਹ ਥੋੜੀ ਲਾਲੀ ਲਈਆਂ ਹੋਈਆਂ ਹੁੰਦੀਆਂ ਹਨ। ਉਹਨਾਂ ਦੇ ਵਿੱਚ ਕੁਝ ਸੰਤਰੀ ਰੰਗ ਸਾਨੂੰ ਦਿਸਦਾ ਹੈ, ਜ਼ਿਆਦਾਤਰ ਲਾਲੀ ਉਹਨਾਂ ਵਿੱਚ ਹੁੰਦੀ ਹੈ। ਇਸ ਦਾ ਕੀ ਕਾਰਨ ਹੈ? ਇਸ ਦਾ ਕਾਰਨ ਇਹ ਹੈ ਕਿ ਸਵੇਰ ਦੇ ਸਮੇਂ ਜਦੋਂ ਸੂਰਜ ਦੀ ਜਿਹੜੀ ਪੋਜੀਸ਼ਨ ਹੁੰਦੀ ਹੈ ਉਹ ਧਰਤੀ ਤੋਂ ਮੈਕਸਿਮਮ ਡਿਸਟੈਂਸ ਤੇ ਹੁੰਦੀ ਹੈ, ਉਹ ਹੋਰਾਈਜ਼ਨ ਤੇ ਹੁੰਦਾ ਹੈ, ਜਿਸ ਨੂੰ ਅਸੀਂ क्षितिज ਵੀ ਕਹਿੰਦੇ ਹਾਂ। ਤੋਂ ਧਰਤੀ ਤੋਂ ਜ਼ਿਆਦਾ ਦੂਰੀ ਹੋਣ ਕਰਕੇ ਕਿਰਨਾਂ ਜਿਹੜੀਆਂ ਹਨ, ਜਿਹੜੀ ਸਨਲਾਈਟ ਹੈ, ਜਿਹੜੀ ਕਿ 7 ਰੰਗਾਂ ਤੋਂ ਮਿਲ ਕੇ ਬਣੀ ਹੋਈ ਹੈ, ਉਹ 7 ਰੰਗਾਂ ਦੇ ਵਿੱਚੋਂ ਜਿਨ੍ਹਾਂ ਦੀ ਵੇਵ ਲੈਂਥ ਘੱਟ ਹੈ, ਉਹ ਵਾਲੇ ਰੰਗ ਜਿਹੜੇ ਹਨ ਪਹਿਲਾਂ ਹੀ ਸਕੈਟਰ ਹੋ ਜਾਂਦੇ ਹਨ, ਪਹਿਲਾਂ ਹੀ ਬਿਖਰ ਜਾਂਦੇ ਹਨ, ਪਹੁੰਚ ਹੀ ਨਹੀਂ ਪਾਉਂਦੇ ਸਾਡੀਆਂ ਅੱਖਾਂ ਤੱਕ। ਜਿਹੜਾ ਲਾਲ ਰੰਗ ਹੈ ਉਸਦੀ ਵੇਵ ਲੈਂਥ ਜਿਹੜੀ ਹੈ ਜ਼ਿਆਦਾ ਹੋਣ ਕਰਕੇ ਉਹ ਇਸ ਚੀਜ਼ ਦੇ ਲਈ ਆਪਣੇ ਆਪ ਨੂੰ ਅਵੇਲੇਬਲ ਕਰਵਾ ਲੈਂਦਾ ਹੈ ਕਿ ਉਹ ਸਾਡੀਆਂ ਅੱਖਾਂ ਦੇ ਵਿੱਚ ਪਹੁੰਚ ਜਾਂਦਾ ਹੈ। ਇਸ ਕਰਕੇ ਸਵੇਰ ਦੇ ਸਮੇਂ ਜਦੋਂ ਸੂਰਜ ਚੜ੍ਹਦਾ ਹੈ ਤਾਂ ਸਾਨੂੰ ਅਸਮਾਨ ਦੇ ਵਿੱਚ ਲਾਲੀ ਦਿਖਾਈ ਦਿੰਦੀ ਹੈ। ਪਰ ਦਿਨ ਦੇ ਸਮੇਂ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਕਿਰਨਾਂ ਹਨ ਉਹ ਸਾਨੂੰ ਸਫੇਦ ਹੀ ਸਾਨੂੰ ਲਾਈਟ ਦਿਸਦੀ ਹੈ। ਉਸ ਵੇਲੇ ਸਾਨੂੰ ਫਿਰ ਉਹ ਲਾਲੀ ਜਿਹੜੀ ਦਿਖਾਈ ਨਹੀਂ ਦਿੰਦੀ ਹੈ। ਇਸ ਦਾ ਕੀ ਕਾਰਨ ਹੈ ਕਿ ਜਿਵੇਂ ਜਿਵੇਂ ਦਿਨ ਚੜ੍ਹਦਾ ਹੈ, ਸੂਰਜ ਜਿਹੜਾ ਧਰਤੀ ਦੇ ਕੋਲ ਆਉਂਦਾ ਹੈ, ਤਾਂ ਜਿਹੜੀਆਂ ਕਿਰਨਾਂ ਨੂੰ ਹੁਣ ਓਨੀ ਜ਼ਿਆਦਾ ਦੂਰੀ ਤੈਅ ਨਹੀਂ ਕਰਨੀ ਪੈਂਦੀ ਹੈ, ਜਿਸ ਕਰਕੇ ਉਹਨਾਂ ਦੀ ਜਿਹੜੀ ਸਕੈਟਰਿੰਗ ਹੈ ਉਹ ਲਗਭਗ ਇੱਕੋ ਜਿਹੀ ਹੀ ਹੁੰਦੀ ਹੈ। तो सारियां किरणां जिहड़ियां हन लगभग साडे कोल इकट्ठियां ही पहुंचदियां हन वाइट लाइट दे रूप दे विच। तो दिन दे समय जिहड़ी रोशनी हुंदी है वो सफेद रंग लैके साडे कोल पहुंचदी है। हुण दूजा प्रश्न साडे सामने आंदा है, असीं आसमान वल देखदे हां, आसमान नीला क्यों दिखाई दिंदा है? इस दे पिछे की कारण है बच्चिओ कि दिन दे समय सूरज जदों धरती दे कोल हुंदा है तो उस वेले जिहड़ी ये बिखराव, जिहड़ी प्रकाश दीयां किरणां दा बिखराव हुंदा है, स्कैटरिंग हुंदी है, उस दे विचों जिसदी वेवलेंथ, जिस रंग दी वेवलेंथ सब तो घट होएगी उसका बिखराव सब तो ज्यादा होएगा। और सब तो घट वेवलेंथ किसदी है? सानू पता है कि जिहड़ा वायलट कलर है उस 7 रंगां दे विचों सब तो घट वेवलेंथ लई हुंदी है उसने। तो इस करके सब तो ज्यादा वायलट कलर दा बिखराव हुंदा है, स्कैटरिंग हुंदी है। पर सानू तां आसमान नीला दिखाई दिंदा है, सानू ये वायलट दिखाई क्यों नहीं दिंदा? इस दे विच कारण ये है कि जिहड़ी साडी अख दी पुतली है वो नीले रंग नूं लैके ज्यादा सेंसिटिव है अते जिहड़ा कलर स्पैक्ट्रम बनदा है वो भी ब्लूइश जिहड़ा कलर है उसनूं ज्यादा प्रैफर करदा है। तो इस करके जिहड़ा आसमान दा रंग बैंगनी दी बजाय सानू की दिखाई दिंदा है? नीला दिखाई दिंदा है।
ਹੁਣ ਦਿਨ ਦੇ ਸਮੇਂ ਕੀ ਦੇਖਿਆ ਸੀ कि अज बदल छा गए हैं आसमान दे विच, चिट्टे चिट्टे बदल दिखाई दे रहे हैं। इन्हां नूं भी नीले होना चाहिए सी, इन्हां नूं की गल होगी, ये चिट्टे क्यों दिखाई दे रहे हैं? बच्चों, जिहड़े बदल हैं डस्ट पार्टिकल या वाटर ड्रॉपलेट्स दे बने हुंदे हैं ਅਤੇ ਇਹਨਾਂ ਦਾ ਸਾਈਜ਼ ਜਿਹੜਾ ਲਾਈਟ ਵੇਵਸ ਤੋਂ ਜਿਹੜਾ ਹੈ ਕਾਫੀ ਜ਼ਿਆਦਾ ਵੱਡਾ ਹੁੰਦਾ ਹੈ। तो ਜਦੋਂ ਲਾਈਟ ਵੇਵਸ ਇਹਨਾਂ ਵਿੱਚੋਂ ਬੜੀ ਆਸਾਨੀ ਦੇ ਨਾਲ ਕ੍ਰਾਸ ਕਰ ਜਾਂਦੀਆਂ ਹਨ ਅਤੇ ਇਕੁਅਲ ਅਮਾਉਂਟ ਦੇ ਵਿੱਚ ਹੀ ਸਕੈਟਰ ਹੋ ਜਾਂਦੀਆਂ ਹਨ ਤੇ ਵਾਈਟ ਲਾਈਟ ਹੀ ਜਿਹੜੀ ਐਂਟਰ ਕਰਦੀ ਹੈ ਕਲਾਊਡ ਦੇ ਵਿੱਚ, ਉਹੀ ਵਾਈਟ ਲਾਈਟ ਦੇ ਰੂਪ ਦੇ ਵਿੱਚ ਹੀ ਉਹ ਕਲਾਊਡ ਜਿਹੜਾ ਹੈ, ਜਿਹੜਾ ਡਸਟ ਜਾਂ ਵਾਟਰ ਵੇਪਰਸ ਤੋਂ ਬਣਿਆ ਹੁੰਦਾ ਹੈ, ਉਸ ਦੇ ਵਿੱਚੋਂ ਬਾਹਰ ਨਿਕਲ ਆਉਂਦਾ ਹੈ। तो ਚਿੱਟਾ ਸਾਨੂੰ ਕੀ ਦਿਖਾਈ ਦਿੰਦਾ ਹੈ? तो ਬੱਦਲ ਦਾ ਰੰਗ ਸਾਨੂੰ ਕੀ ਦਿਖਾਈ ਦਿੰਦਾ ਹੈ? ਚਿੱਟਾ ਦਿਖਾਈ ਦਿੰਦਾ ਹੈ। पर थोड़ी देर बाद असी की देखते हाँ कि ये चिट्टे चिट्टे बदल हुण काले हो गए हैं। हुण ये काले क्यों दिख रहे हैं? लगता है बारिश होने वाली है। तो बदलों का रंग काला क्यों दिखाई दे रहा है? हुण बच्चों, इसका कारण ये है कि जदों बदल वाटर वेपर्स ज्यादा अमाउंट दे विच इकट्ठे हो जाते हैं आसमान दे विच, बहुत वड्डे वड्डे बदल बन जाते हैं, तो जिहड़ियां सन दीयां रेज हैं ਉਹ ਕੀ ਕਰਦੀਆਂ ਹਨ, ਉੱਪਰਲੇ ਪੋਰਸ਼ਨ ਦੇ ਵਿੱਚੋਂ ਮੋਸਟ ਆਫ ਪਾਰਟ ਜਿਹੜਾ ਹੈ ਉਸਦਾ ਵਾਪਿਸ ਜਿਹੜਾ ਸਕੈਟਰ ਹੋ ਜਾਂਦਾ ਹੈ, ਬਿਖਰ ਜਾਂਦਾ ਹੈ। ਹੇਠਾਂ ਵਾਲੇ ਭਾਗ ਤੋਂ ਜਿਹੜਾ ਬੱਦਲ ਦਾ ਨੀਚੇ ਵਾਲਾ ਪੋਰਸ਼ਨ ਹੈ ਉਸ ਦੇ ਵਿੱਚ ਓਨੀ ਲਾਈਟ ਪਹੁੰਚਦੀ ਹੀ ਨਹੀਂ ਕਿ ਜਿਹੜੀ ਉਹ ਸਕੈਟਰ ਕਰਕੇ ਸਾਡੀਆਂ ਅੱਖਾਂ ਤੱਕ ਪਹੁੰਚਾ ਸਕੇ। तो इस करके ਜਿਹੜੇ ਲੋਅਰ ਪੋਰਸ਼ਨ ਹੈ ਬੱਦਲ ਦਾ ਉਹ ਸਾਨੂੰ ਕੀ ਦਿਖਾਈ ਦੇਣਾ ਸ਼ੁਰੂ ਕਰ ਦਿੰਦਾ ਹੈ? ਬਲੈਕ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਬਰਖਾ ਵਾਲੇ ਬੱਦਲ ਜਿਹੜੇ ਹਨ ਸਾਨੂੰ ਕੰਪੈਰੀਟਿਵਲੀ ਡਾਰਕ ਦਿਖਾਈ ਦਿੰਦੇ ਹਨ चिट्टे बदलों की बजाय, जिहड़े बरखा नहीं करने वाले हुंदे। असीं देखदे हां अज तां बड़े काले काले बदल आए हैं, लगदा है बारिश होने वाली है। बच्चों, जे बरखा होने वाली है तो हवा भी चलन लग पैंदी है। हुण हवा क्यों चलदी है? इस दे पिछे की फिजिक्स है ये भी देखते हाँ। सानू पता होना चाहिए है हवा क्यों चलती है। हवा चलती है ड्यू टू डिफरेंस इन प्रैशर, दबाव दे विच अंतर होने करके हवा चलती है। साडे कोल एक गुब्बारा है, असीं उस दे विच हवा भर दिंदे हां तो उस दे अंदर प्रैशर जिहड़ा है, तुसीं उपर हत्थ लगा के देखो गुब्बारे नूं किन्ना तणिया होया हुंदा है, तो उस दे अंदर जिहड़ा प्रैशर है हवा दा बहुत ज्यादा हुंदा है। जदों असीं उस नूं उपरलों उस दा मूंह खोल दिंदे हां तो एकदम हवा बाहर नूं निकलदी है। तो हवा किधर नूं ट्रैवल करदी है? हाई प्रैशर वाले जगह तो लो प्रैशर वाली जगह ते। हुंदा की है कि साडे जिहड़ा हवा है उस दे विच गैसां दा मिश्रण है, उस दे विच 78% नाइट्रोजन है, 21% ऑक्सीजन है, 1% होर गैसेस हन अते वाटर वेपर्स हन। उन्हां दे मिक्सचर नूं की कहंदे हां? असीं हवा कहंदे हां। तो प्यारे बच्चों, जदों किसी जगह दे उत्ते जिहड़ी हवा है गरम हुंदी है, गरम होके की हुंदी है? हल्की हो जाती है। हल्की हवा की हुंदी है? ऊपर उठ जाती है। तो ऊपर उठन करके उदी जगह खाली हो जाती है। उसकी जगह लैण लई आले दुआले तो ठंडी हवा जिहड़ी है वो पहुंच जाती है। तो जदों चल के उस जगह नूं घेरन नूं आंदी है जिथे खाली जगह बन गई है, तो असीं की कहंदे हां? सानूं की लगदा है? हवा चल रही है। एक्चुअल दे विच हवा जिहड़ी है गरम होके ऊपर नूं उठी है, क्योंकि उसकी संघनता, उसकी डेंसिटी जिहड़ी है वो घट जाती है जदों गरम होके ऊपर नूं उठदी। हल्की चीज ऊपर नूं उठदी है तो गरम हवा ऊपर नूं उठ जाती है, उसकी जगह लैण दे लई ठंडी हवा आले दुआले तो आंदी है। तो इस तरह प्यारे बच्चों हवा जिहड़ी है वो चलदी है। पर एक सवाल साडे दिमाग विच ये भी आंदा है कि हवा सानू चलन दे नाल चीज़ां हिलदियां होईयां दिखाई दिंदियां हन, पर हवा क्यों नहीं दिखाई दिंदी? बच्चों, किसी भी चीज नू देखण दे लई ये जरूरी है कि जां तां ओह चीज खुद प्रकाश पैदा करे जां फिर उस चीज दे नाल टकरा के जिहड़ी लाइट है वापस उस चीज दा प्रतिबिंब साडी अख ते बनना चाहिदा है। हुण हवा जिहड़ी है गैसां दा मिश्रण है ਅਤੇ ਇਸ ਦੇ ਵਿੱਚ ਗੈਸਾਂ ਦੇ ਅਣੂ ਇੰਨੇ ਛੋਟੇ ਹੁੰਦੇ ਹਨ ਅਤੇ ਅਲੱਗ-ਥਲੱਗ ਹੁੰਦੇ ਹਨ ਕਿ ਉਹ ਪ੍ਰਕਾਸ਼ ਨੂੰ ਇਸ ਤਰ੍ਹਾਂ ਹੀ ਗੁਜ਼ਰਨ ਦਿੰਦੇ ਹਨ। ਇਹੀ ਕਾਰਨ ਹੈ ਕਿ ਸਾਨੂੰ ਹਵਾ ਦਿਖਾਈ ਹੀ ਨਹੀਂ ਦਿੰਦੀ, ਅਸੀਂ ਸਿਰਫ ਮਹਿਸੂਸ ਕਰਦੇ ਹਾਂ। ਹੁਣ ਬੱਚਿਓ, ਹਵਾ ਵੀ ਚੱਲ ਰਹੀ ਹੈ, ਕਾਲੇ-ਕਾਲੇ ਬੱਦਲ ਵੀ ਆ ਗਏ ਹਨ। ਲੱਗਦਾ ਹੈ ਹੁਣ ਬਰਖਾ ਹੋ ਜਾਣੀ ਹੈ, ਬਾਰਿਸ਼ ਹੋਏਗੀ तो ਧਰਤੀ ਦੇ ਉੱਤੇ ਪਾਣੀ ਡਿੱਗੇਗਾ। किस रूप दे विच? पानी दियां बूंदां दे रूप दे विच। तां बच्चिओ, ते ये पानी दियां बूंदां असीं देखदे हां, इन्हां दी कोई स्पैशल शेप हुंदी है। ये एक गोलाकार स्फेरिकल शेप दे विच हुंदियां हन। क्यों हुंदियां हन? ये स्क्वेयर क्यों नहीं हुंदियां? ये रेक्टेंगुलर क्यों नहीं हुंदियां? ये ट्रायंगुलर क्यों नहीं हुंदियां? इस दे पिछे की फिजिक्स है? आओ ये भी सुन लैंदे हां।
ਇਸ ਦਾ ਕਾਰਨ ਇਹ ਹੈ ਕਿ ਕਿਸੇ ਵੀ ਲਿਕੁਇਡ ਦੇ ਲਈ ਬੱਚਿਓ ਫॉर ए गिवन वॉल्यूम ਉਹ ਇੰਨੀ ਉਸ ਤਰ੍ਹਾਂ ਦੀ ਸ਼ਕਲ ਨੂੰ ਇਖਤਿਆਰ ਕਰਨਾ ਚਾਹੇਗਾ, ਅਪਣਾਉਣਾ ਚਾਹੇਗਾ ਕੋਈ ਵੀ ਲਿਕੁਇਡ ਜਿਸ ਦੇ ਲਈ ਸਰਫੇਸ ਏਰੀਆ ਜਿਹੜਾ ਹੈ ਘੱਟ ਤੋਂ ਘੱਟ ਹੋਵੇ। ਅਤੇ ਜੇਕਰ ਸਾਡੇ ਕੋਲ ਬਹੁਤ ਸਾਰੀਆਂ ਸ਼ੇਪਸ ਹਨ, ਉਹਨਾਂ ਦੇ ਵਿੱਚੋਂ ਸਫੀਅਰ ਇੱਕ ਇਸ ਤਰ੍ਹਾਂ ਦੀ ਸ਼ੇਪ ਹੈ ਫॉर ए गिवन वॉल्यूम ਜਿਸ ਦੇ ਲਈ ਕੀ ਹੁੰਦਾ ਹੈ, ਸਰਫੇਸ ਏਰੀਆ ਮਿਨੀਮਮ ਹੁੰਦਾ ਹੈ। ਇਸ ਕਰਕੇ ਜਿਹੜੀਆਂ ਪਾਣੀ ਦੀਆਂ ਬੂੰਦਾਂ ਹਨ ਉਹ ਸਫੈਰਿਕਲ ਰੂਪ ਦੇ ਵਿੱਚ ਸਾਡੀ ਧਰਤੀ ਤੇ ਡਿੱਗਦੀਆਂ ਹਨ। ਹੁਣ ਜਦੋਂ ਪਾਣੀ ਵਰਖਾ ਦੇ ਰੂਪ ਦੇ ਵਿੱਚ ਧਰਤੀ ਦੇ ਵਿੱਚ ਡਿੱਗਦਾ ਹੈ ਤਾਂ ਇਹ ਕੀ ਕਰਦਾ ਹੈ, ਨਹਿਰਾਂ ਦੇ ਵਿੱਚ, ਨਦੀਆਂ ਨਾਲਿਆਂ ਦੇ ਵਿੱਚ, ਛੱਪੜਾਂ ਦੇ ਵਿੱਚ ਇਕੱਠਾ ਹੋ ਜਾਂਦਾ ਹੈ। ਅਸੀਂ ਦੇਖਦੇ ਹਾਂ ਕਿ ਪਾਣੀ ਦੀ ਸਤ੍ਹਾ ਦੇ ਉੱਤੇ ਪੱਤੇ ਜੇਕਰ ਰੁੱਖ ਦੇ ਡਿੱਗਦੇ ਹਨ ਉੱਪਰ ਤੈਰਦੇ ਰਹਿੰਦੇ ਹਨ। ਈਵਨ ਕਿ ਮੱਛਰ ਜਿਹੜੇ ਹੁੰਦੇ ਹਨ, ਮੌਸਕੀਟੋਜ਼, ਉਹ ਵੀ ਕੀ ਹਨ, ਉਸਦੀ ਸਰਫੇਸ ਦੇ ਉੱਤੇ ਆਰਾਮ ਦੇ ਨਾਲ ਬੈਠ ਜਾਂਦੇ ਹਨ, ਉਹ ਵਿੱਚ ਪਾਣੀ ਦੇ ਡੁੱਬਦੇ ਨਹੀਂ। ਇਸ ਦਾ ਕੀ ਕਾਰਨ ਹੈ? ਇਸ ਦੇ ਪਿੱਛੇ ਵੀ ਬੇਟਾ ਇੱਕ ਫਿਜ਼ਿਕਸ ਹੈ। ਇਸ ਦੇ ਪਿੱਛੇ ਕਿਹੜੀ ਕਿਰਿਆ ਹੁੰਦੀ ਹੈ? ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਉਸ ਨੂੰ ਅਸੀਂ ਕਹਿੰਦੇ ਹਾਂ ਸਤ੍ਹਾ ਦਾ ਤਣਾਅ, ਸਰਫੇਸ ਟੈਂਸ਼ਨ। ਜਿਹੜੀ ਸਰਫੇਸ ਹੈ ਉਸ ਦੇ ਵਿੱਚ ਖਿੱਚ ਪੈਦਾ ਹੋ ਜਾਂਦੀ ਹੈ। ਜਿਸ ਤਰ੍ਹਾਂ ਇੱਕ ਕੱਪੜੇ ਨੂੰ ਢਿੱਲਾ ਰੱਖੀਏ ਤੇ ਉਸ ਦੇ ਵਿੱਚ ਕੋਈ ਚੀਜ਼ ਰੱਖੀਏ ਤਾਂ ਉਹ ਚੀਜ਼ ਲਟਕੀ ਰਹਿੰਦੀ ਹੈ, ਬਟ ਜੇਕਰ ਉਸੇ ਕੱਪੜੇ ਨੂੰ ਅਸੀਂ ਫੜ ਕੇ ਖਿੱਚ ਦਿੰਦੇ ਹਾਂ ਤਾਂ ਉਹ ਚੀਜ਼ ਵੀ ਬਿਲਕੁਲ ਕੀ ਹੋ ਜਾਂਦੀ ਹੈ, ਸਟ੍ਰੇਟ ਹੋ ਜਾਂਦੀ ਹੈ ਉਸ ਸਰਫੇਸ ਦੇ ਉੱਤੇ। ਇਸੇ ਤਰ੍ਹਾਂ ਪਾਣੀ ਦੇ ਨਾਲ ਹੈ ਕਿ ਪਾਣੀ ਦੇ ਵਿੱਚ, ਪਾਣੀ ਦੀ ਜਿਹੜੀ ਉੱਪਰਲੀ ਸਰਫੇਸ ਹੈ ਉਸ ਦੇ ਵਿੱਚ ਇੱਕ ਤਣਾਅ ਪੈਦਾ ਹੋ ਜਾਂਦਾ ਹੈ। ਇਹ ਕਿਉਂ ਪੈਦਾ ਹੁੰਦਾ ਹੈ ਬੱਚਿਓ? ਜਿਹੜੇ ਵਾਟਰ ਮੋਲੀਕਿਊਲਸ ਹਨ ਉਹ ਕੀ ਕਰਦੇ ਹਨ, ਇੱਕ ਦੂਜੇ ਨੂੰ ਚਾਰੇ ਪਾਸੇ ਤੋਂ ਖਿੱਚ ਕੇ ਰੱਖਦੇ ਹਨ, ਪਕੜ ਕੇ ਰੱਖਦੇ ਹਨ। ਅੰਦਰ ਜਿਹੜੇ ਪਾਣੀ ਦੇ ਅੰਦਰ ਵਾਲੀਆਂ ਜਿਹੜੀਆਂ ਸਤਹਾਂ ਹਨ ਉਹਨਾਂ ਦੇ ਵਿੱਚ ਉਹ ਸਾਰੇ ਮੋਲੀਕਿਊਲ ਇੱਕ ਦੂਜੇ ਤੇ ਜਿੰਨੀ ਫੋਰਸ ਲਗਾਉਂਦੇ ਹਨ ਉਹ ਸਾਰੇ ਪਾਸੇ ਤੋਂ, ਚਾਰੇ ਡਾਇਰੈਕਸ਼ਨਸ ਤੋਂ ਉਹ ਕੀ ਹੋ ਜਾਂਦੇ ਹਨ, ਕੈਂਸਲ ਹੋ ਜਾਂਦੇ ਹਨ। ਪਰ ਜਿਹੜੀ ਉੱਪਰ ਵਾਲੀ ਸਰਫੇਸ ਹੈ ਉਸ ਦੇ ਵਿੱਚ ਫੋਰਸ ਕੀ ਲੱਗਦੀ ਹੈ, ਉਸ ਦੇ ਵਿੱਚ ਬਲ ਕਿੱਧਰ ਨੂੰ ਲੱਗਦਾ ਹੈ, ਅੰਦਰ ਵਾਲੇ ਮੋਲੀਕਿਊਲ ਕਿੱਧਰ ਨੂੰ ਖਿੱਚਦੇ ਹਨ, ਅੰਦਰ ਨੂੰ ਖਿੱਚਦੇ ਹਨ, ਜਿਸ ਦੇ ਕਰਕੇ ਉੱਪਰਲੀ ਸਤ੍ਹਾ ਜਿਹੜੀ ਹੈ ਖਿੱਚ ਜਾਂਦੀ ਹੈ, ਤਣਾਅ ਪੈਦਾ ਹੋ ਜਾਂਦਾ ਹੈ। ਸੋ ਪਿਆਰੇ ਬੱਚਿਓ, ਹੁਣ ਬਰਸਾਤਾਂ ਦਾ ਮੌਸਮ ਆ ਰਿਹਾ ਹੈ। ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਸਰਫੇਸ ਟੈਂਸ਼ਨ ਤੁਹਾਨੂੰ ਸਮਝ ਆ ਗਈ ਹੈ ਕਿ ਪਾਣੀ ਦੀ ਸਤ੍ਹਾ ਦੇ ਉੱਤੇ ਕੀ ਹੁੰਦਾ ਹੈ, ਸਰਫੇਸ ਟੈਂਸ਼ਨ ਦੇ ਕਰਕੇ ਇੱਕ ਲੇਅਰ ਹੁੰਦੀ ਹੈ। तो जिन्ना पानी गंदा होएगा उन्ना ही उसदे उत्ते जिहड़ी है सरफेस टेंशन वधदी जांदी है। इस करके बच्चों घरां दे विच कूलर रखे हन तो उन्हां दा पानी लगातार बदलदे रहना है। जेकर वो पानी 3 या 4 दिन पुराना हो जाता है तो उसदे विच सरफेस टेंशन जिहड़ी है वो वध जांदी है, उसदे उत्ते गंदगी जमा होने दे जिहड़े चांसेस हन वो वध जांदे हन। इस करके तुसीं देखिया होना है कि जिहड़ा खड़ा पानी है वो ज़्यादा गंदा हुंदा है। हुण बारिश दे नाल संबंधित बच्चों एक बड़ा ही दिलचस्प जिहड़ा है एक गल है जिहड़ी कि सानू जरूर पता होनी चाहिए है। सानू पता है कि बदल धरती की सतह तो कुछ किलोमीटर उपर हुंदे हन। इन्नी दूरी तो जदों कोई चीज़ डिगदी है तो वो बहुत ही ज़्यादा स्पीड दे नाल जिहड़ी है उसनू धरती दे उत्ते टकराना चाहिदा है, पर ये इस तरह नहीं हुंदा। जे इस तरह हुंदा तां पानी दी बूंदा इन्नी उचाई तो डिगन साडे सिर दे उत्ते बुलेट की तरह आके वजणियां सन, पर इस तरह तो नहीं हुंदा। असीं देखदे हां कि पानी दी बूंदा एक जिहड़ी स्पीड है बहुत ही ज़्यादा नहीं हुंदी। असीं कई बार बारिश बहुत तेज हुंदी है तो कहंदे हां कि अज बरखा बड़ी तेज हो रही है, उसकी स्पीड जिहड़ी है बड़ी ज़्यादा है पानी दी बूंदां दी। इसदा की कारण है बच्चों? इसदा कारण यह है कि पानी दी बूंदां जदों धरती दी खिच करके अपने भार दे नाल थल्ले नूं आंदियां हन तो उन्हां दे उत्ते एक बल लगदा है। उस बल दे लगन दे कारण उन्हां दी वेलोसिटी है, उन्हां दी जिहड़ी चाल है वो लगातार जिहड़ी है वधदी जांदी है। जेकर इसे स्पीड दे वधदी स्पीड दे नाल धरती ते पहुंचण तां फिर तां ओह धरती दे उत्ते वड्डे वड्डे टोए पा देण, पर इस तरह नहीं हुंदा। जिस तरह वो नीचे आंदी जांदियां हन बूंदां, उन्हां नूं हवा दे वल्लों की मिलदा है, उल्ट बल मिलता है। हवा उन्होंने रोकने की कोशिश करती है अते एक इस तरह का पॉइंट आ जाता है जिथे हवा वालों लगन वाली उपर नूं फोर्स है अते जिहड़ी धरती वालों लगन वाली नीचे नूं फोर्स है, दोवें एक दूजे नूं की कर लैंदियां हन, बैलेंस कर लैंदियां हन। तो उस वेले जिहड़ा है गति का जिहड़ा वाधा है वो टर्मीनेट हो जाता है। तो उस वेले जिहड़ी बूंद है एक कॉन्स्टेंट जिहड़ी वेलोसिटी है उसदे नाल थल्ले नूं आना शुरू कर दिंदी है। इस वेलोसिटी नूं की बोलदे हां? टर्मिनल वेलोसिटी। मान लो कि बूंद जिहड़ी है उपरों 1 मीटर पर सैकेंड के हिसाब दे नाल स्पीड दे नाल थल्ले आ रही है, 2 मीटर पर सैकेंड, 3 मीटर पर सैकेंड, 4 मीटर पर सैकेंड, 5 मीटर पर सैकेंड दे नाल लगातार उसकी स्पीड की है वधी जा रही है।
ਪਰ ਦੂਜੇ ਪਾਸੇ ਜਿਹੜੀ ਹੈ ਉਸ ਨੂੰ ਰੋਕਣ ਵਾਲੀ ਜਿਹੜੀ ਹਵਾ ਦੀਆਂ ਸਤਹਾਂ ਵੱਲੋਂ ਲੱਗਣ ਵਾਲੀ ਜਿਹੜੀ ਉੱਪਰ ਨੂੰ ਫੋਰਸ ਹੈ ਉਹ ਵੀ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਜਦੋਂ ਉਹਨਾਂ ਦੋਨਾਂ ਨੇ ਬੈਲੈਂਸ ਹੋ ਜਾਣਾ ਹੈ, ਮੰਨ ਲਓ 5 ਮੀਟਰ ਪਰ ਸੈਕਿੰਡ ਤੇ ਆ ਕੇ ਜਿਹੜੀਆਂ ਦੋਨੇ ਫੋਰਸਿਸ ਹਨ ਉਹਨਾਂ ਨੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਬੈਲੈਂਸ ਕਰ ਲਿਆ ਹੈ, ਤਾਂ ਉਸ ਵੇਲੇ ਜਿਹੜੀ ਪਾਣੀ ਦੀ ਬੂੰਦ ਹੈ ਉਸ ਦੀ ਸਪੀਡ ਵਧਣੀ ਜਿਹੜੀ ਹੈ ਬੰਦ ਹੋ ਜਾਏਗੀ ਤੇ ਉਹ 5 ਮੀਟਰ ਪਰ ਸੈਕਿੰਡ 5 ਮੀਟਰ ਪਰ ਸੈਕਿੰਡ 5 ਮੀਟਰ ਪਰ ਸੈਕਿੰਡ ਦੀ ਸਪੀਡ ਦੇ ਨਾਲ ਹੀ ਧਰਤੀ ਦੇ ਉੱਤੇ ਪਹੁੰਚੇਗੀ। ਤਾਂ ਇਸ ਕਰਕੇ ਜਿਹੜੀਆਂ ਪਾਣੀ ਦੀ ਬੂੰਦਾਂ ਹਨ ਉਹ ਬੁਲੇਟ ਦੀ ਤਰ੍ਹਾਂ ਕੇ ਸਟ੍ਰਾਈਕ ਨਹੀਂ ਕਰਦੀਆਂ, ਉਹ ਇੱਕ ਨਿਸ਼ਚਿਤ ਵੈਲੋਸਿਟੀ ਦੇ ਨਾਲ ਹੀ ਧਰਤੀ ਦੇ ਉੱਤੇ ਪਹੁੰਚਦੀਆਂ ਹਨ। ਤਾਂ ਦੇਖਿਆ ਬੱਚਿਓ, ਕੁਦਰਤ ਨੇ ਸਾਡੇ ਲਈ ਕਿੰਨੇ ਪ੍ਰਬੰਧ ਕੀਤੇ ਹੋਏ ਹਨ ਸਾਡੀ ਸੇਫਟੀ ਦੇ ਲਈ। ਤਾਂ ਇਹ ਸਾਰਾ ਕੁਝ ਕਿੱਥੇ ਦੇਖਦੇ ਹਾਂ ਅਸੀਂ, ਕਿੱਥੋਂ ਸਮਝਦੇ ਹਾਂ? ਫਿਜ਼ਿਕਸ ਦੇ ਵਿੱਚੋਂ ਸਮਝਦੇ ਹਾਂ। ਹੁਣ ਬੱਚਿਓ ਬਾਰਿਸ਼ ਹੋ ਗਈ, ਬਾਰਿਸ਼ ਤੋਂ ਬਾਅਦ ਸ਼ਾਮ ਹੋ ਗਈ, तो शाम तो बाद की हुंदा है, रात हुंदी है। तो रात दे विच असीं देखदे हां तारे टिमटिमा रहे हन, तारे टिमटिमा रहे हन। असीं छोटे हुंदे सुनिया है होना है कि तारे टिमटिमांदे हन, जिहड़े प्लैनेट हुंदे हन, ग्रह हुंदे हन, वो नहीं टिमटिमांदे। इसदा की कारण है? इसदा कारण यह है बेटा कि पहली गल तां तारियां कोल अपनी रोशनी हुंदी है, ग्रहां कोल अपनी रोशनी नहीं हुंदी, वो सिर्फ सूरज दे प्रकाश नूं ही परावर्तित करदे हन साडे वल वापस। दूजी गल, जिहड़े तारे हन साडे तो बहुत बहुत ज्यादा दूरी ते स्थित हन, पर जिहड़े ग्रह हन वो धरती दे की हन, क्लोज हन इन कंपैरिजन टू स्टार्स। हुण बच्चों धरती की सतह के नेड़े हवा की जिहड़ी संघनता है वो ज्यादा हुंदी है। उपर उपर जांदे हां तां हवा दीयां जिहड़ियां लेयर्स हन उस दे विच जिहड़ी डेंसिटी है वो घटदी जांदी है। तारियां वल्लों आउण वाली जिहड़ी लाइट है जदों इन्हां लेयर्स दे विचों, एटमोसफेयर दीयां लेयर्स दे विचों, वायुमंडल दीयां परतां दे विचों निकल के धरती वल नूं आंदी है ਤਾਂ ਉਸ ਦੇ ਵਿੱਚ ਕੀ ਹੁੰਦਾ ਹੈ, ਡਿਊ ਟੂ ਕੰਟੀਨਿਊਸ ਰਿਫਰੈਕਸ਼ਨ ਹੁੰਦੀ ਹੈ, ਐਟਮੋਸਫੈਰਿਕ ਰਿਫਰੈਕਸ਼ਨ ਦੀ ਪ੍ਰੋਸੈਸ ਹੁੰਦੀ ਹੈ, ਜਿਸ ਦੇ ਕਰਕੇ ਜਿਹੜੀ ਹੈ ਲਾਈਟ ਸਾਨੂੰ ਸਿੱਧੀ ਨਹੀਂ ਪਹੁੰਚਦੀ ਅਤੇ ਜਿਹੜੇ ਤਾਰੇ ਹਨ ਸਾਨੂੰ ਟਿਮਟਿਮਾਉਂਦੇ ਹੋਏ ਦਿਖਾਈ ਦਿੰਦੇ ਹਨ। ਬੱਚਿਓ ਸਾਨੂੰ ਪਤਾ ਹੈ ਕਿ ਚੰਦਰਮਾ ਦੇ ਉੱਤੇ ਵਾਯੂਮੰਡਲ ਜਿਹੜਾ ਹੈ ਨਹੀਂ ਹੈ, ਤਾਂ ਜੇਕਰ ਅਸੀਂ ਚੰਦਰਮਾ ਤੋਂ ਤਾਰਿਆਂ ਨੂੰ ਦੇਖਾਂਗੇ ਤਾਂ ਉੱਥੋਂ ਸਾਨੂੰ ਇਹ ਟਿਮਟਿਮਾਉਂਦੇ ਹੋਏ ਨਹੀਂ ਦਿਖਾਈ ਦੇਣਗੇ। ਇਹ ਸਿਰਫ ਧਰਤੀ ਦੇ ਉੱਤੇ ਮੌਜੂਦ ਇਸ ਦੇ ਵਾਯੂਮੰਡਲ ਕਰਕੇ ਹੀ ਤਾਰੇ ਸਾਨੂੰ ਟਿਮਟਿਮਾਉਂਦੇ ਹੋਏ ਦਿਖਾਈ ਦਿੰਦੇ ਹਨ। ਸਾਨੂੰ ਬੱਚਿਓ ਦਿਨ ਦੇ ਵੇਲੇ ਤਾਰੇ क्यों नहीं दिखाई दिंदे? उसका की कारण है? तारे दिन दे वेले भी हुंदे हन पर दिखाई क्यों नहीं दिंदे कि सन जिहड़ा धरती दे उस वेले क्लोज हुंदा है ते एटमोसफेयर दी लेयर्स दे विचों जिहड़ी सन दी लाइट रेज हन वो स्कैटर होके सारे पासे बिखर जांदियां हन। तो सानू सूरजी लाइट जिहड़ी इन्नी अखां नूं चुंधियांदी है कि सानू जिहड़ी तारे जिहड़े हन बहुत दूरी ते हन साडे तो सानू दिन वेले वो दिखाई नहीं दिंदे। बच्चों असीं देखदे हां कि सानू चंद्रमा दिन दे वेले भी दिखाई दिंदा है। इस दे पिछे की कारण है, की फिजिक्स है? तो जिहड़ा मून है वो सूरज की रोशनी का लगभग 3% सानू वापस रिफ्लैक्ट कर दिंदा है, परावर्तित कर दिंदा है। तो इन्नी लाइट जिहड़ी वापस साडे तक पहुंचदी है, तो इस करके सानू ये दिन दे समय भी दिखदा है। रात दे समय दे विच जिहड़े तारे इन्नी दूर हन उन्हां दे नालों ज्यादा चमकदा होया सानू आसमान दे विच चंद्रमा दिखाई दिंदा है। सो मून की जिहड़ी विजिबिलिटी है वो पूरी तरह अर्थ, मून अते सन दी पोजीशन ते डिपेंड करदी है। सो प्यारे बच्चों असी गल्लां कीतियां हन दिन तो लैके रात तक, सिर्फ असी इस इन्हां गतिविधियां दे विच होण वाली यूज होण वाली फिजिक्स दे बारे ही हजे गल्लां कीतियां हन। की पढ़िया है असी, की सुनिया है असी, की समझिया है असी समझिया है सवेर वेले सूरज दी लाली क्यों हुंदी है, जिहड़ा आसमान है वो नीला दिखाई क्यों दिंदा है, बदल सफेद क्यों हुंदे हन, बरखा होनी हुंदी है तां काले क्यों दिखण लग जांदे हन, पानी दीयां बूंदां जिहड़ियां हन उन्हां दी एक खास निश्चित स्फेरिकल शेप क्यों हुंदी है, वो सरफेस दे उत्ते एक तरह दी पानी दी जिहड़ी है लेयर जिहड़ी बन जांदी है तनाव करके, सरफेस टेंशन करके, जिस दे करके उसनूं की बोलदे हां असीं सरफेस टेंशन। तो जिहड़ियां पानी दी बूंदां हन एक निश्चित वेलोसिटी दे नाल ही, एक निश्चित गति दे नाल ही धरती दे उत्ते डिगदियां हन। सो प्यारे बच्चों असी अज अपने दिन तो लैके रात तक होण वालियां घटनावां दे विच लगण वाली फिजिक्स दे बारे गल्लां कीतियां हन। मैनूं उम्मीद है कि तुसीं इन्हां नूं चंगी तरह सुनिया होना है अते ये सारे पॉइंट्स नूं समझ लिया होना है। अते हुण जदों तुहाडे सामने बारिश होएगी या तुसीं आसमान वल देखोगे तां तुहानूं इन्हां सारियां गल्लां दे जवाब तुहाडे मन दे विच होणगे, जिहड़े कि पहिलां तुहाडे मन दे विच सिर्फ
ਪ੍ਰਸ਼ਨ ਦੇ ਰੂਪ ਦੇ ਵਿੱਚ ਰਹਿੰਦੇ ਸਨ। ਹੁਣ ਉਹ ਆਨਸਰ ਤੁਹਾਨੂੰ ਮਿਲ ਗਏ ਹੋਣੇ ਹਨ। ਪਿਆਰੇ ਬੱਚਿਓ, ਮੇਰੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੁਆਬਾ ਰੇਡੀਓ।